ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾਂ। ਕਰ ਪਹਿਲਾ। ਅੰਤਰ ਅਲਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰਖਿਆ। ਅੰਤਰ ਅਲਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰਖਿਆ। ਅਗਮ ਅਗੋਚਰ ਸਭ ਤੇ ਊਚਾ, ਗੁਰ ਕੈ ਸ਼ਬਦ ਲਖਾਵਣਿਆ। ਆਉ ਵਾਰੀ ਜਿਉ ਵਾਰੀ, ਕਲਮਹਿ ਨਾਮ ਸੁਣਾਵਣਿਆ। ਸੰਤ ਪਿਆਰੇ ਸਚੈ ਤਾਰੇ, ਵੱਡ ਭਾਗੀ ਦਰਸ਼ਨ ਪਾਵਣਿਆ। ਰਹਾਉ। ਸਾਧਿਕ ਸਿੱਧ ਜਿਸੈ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੇ। ਕੋਟ ਤੇਤੀਸਾ ਹੋ ਜੈ ਤਾਕੋ, ਗੁਰ ਮਿਲ ਹਿਰਦੈ ਗਾਵਣਿਆ। ਆਠ ਪਹਿਰ ਤੁਧ ਜਾਪੇ ਪਵਨਾ, ਧਰਤੀ ਸੇਵਕ ਪਾਇਕ ਚਰਨਾ। ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੈ ਮਨ ਭਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੈ ਸ਼ਬਦ ਸਿੰਝਾਪੈ। ਜਿਨ ਪੀਆ ਸੇਈ ਤ੍ਰਿਪਤਾਸੇ, ਸੱਚੇ ਸੱਚ ਅਘਾਵਣਿਆ। ਤਿਸ ਕਰ ਸਹਿਜਾ ਸੋਈ ਸੁਹੇਲਾ, ਅਨੰਦ ਬਿਨੋਦ ਕਰੇ ਸਦਕੇਲਾ। ਸੋ ਧਨਵੰਤਾ ਸੋ ਵੱਡ ਸ਼ਾਹਾ, ਜੋ ਗੁਰ ਚਰਨੀ ਮਨ ਲਾਵਣਿਆ। ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਤੁਧ ਜੇਵੜ ਦਾਤਾ ਅਵਰ ਨ ਸੁਆਮੀ, ਲਵੈ ਨ ਕੋਈ ਲਾਵਣਿਆ। ਜਿਸ ਤੂੰ ਤੁਠਾ ਸੋ ਤੁਧ ਧਿਆਏ, ਸਾਧ ਜਨਾ ਕਾ ਮੰਤਰ ਕਮਾਏ। ਆਪ ਤਰੈ ਸਗਲੇ ਕੁਲ ਤਾਰੇ, ਤਿਸ ਦਰਗ ਹੈ ਠਾਕ ਨ ਪਾਵਣਿਆ। ਤੂੰ ਵੱਡਾ ਤੂੰ ਊਚੋਂ ਊਚਾ, ਤੂੰ ਬੇਅੰਤ ਅਤ ਮੂਚੋ ਮੂਚਾ। ਹਉ ਕੁਰਬਾਨੀ ਤੇਰੇ ਵੰਝਾਂ, ਨਾਨਕ ਦਾਸ ਦਸਾਵਣਿਆ। ਤੂੰ ਵੱਡਾ ਤੂੰ ਊਚੋ ਊਚਾ, ਤੂੰ ਬੇਅੰਤ ਅਤ ਮੂਚੋ ਮੂਚਾ। ਹਉ ਕੁਰਬਾਨੀ ਤੇਰੇ ਵੰਝਾਂ, ਨਾਨਕ ਦਾਸ ਦਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼। ਸ਼ਾਮ ਸਮੇਂ ਓਂਟਾਰੀਓ ਖਾਲਸਾ ਦਰਬਾਰ ਦੇ ਇਸ ਪਾਵਨ ਦੀਵਾਨ ਅਸਥਾਨ ਤੋਂ ਅਸੀਂ ਸੰਗਤ ਦੇ ਪਲ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਮਾਝ ਰਾਗ ਚੱਲਦਾ ਹੈ। ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਮੁਕਾਮੀ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਬਚਨ ਦੀ ਵਿਆਖਿਆ ਬੀਤੇ ਕੱਲ ਪ੍ਰਾਰੰਭ ਕੀਤੀ ਸੀ। ਰਹਾਉ ਦੇ ਪਦੇ ਦੀ ਵਿਵੇਚਨਾ ਬਾਵਿਸਥਾਰ ਹੋਈ। ਅੱਜ ਇੱਕ ਸਰਸਰੀ ਨਜ਼ਰ ਰਹਾਉ ਦੇ ਬੰਦ ਤੇ ਹੈ, ਉਪਰੰਤ 1 ਨੰਬਰ ਪਦੇ ਤੋਂ ਅਸੀਂ ਵਿਚਾਰ ਅੱਗੇ ਤੋਰਾਂਗੇ। ਐਜ਼ ਗੁਰੂ ਮਹਾਰਾਜ ਇਜ਼ ਸੇਇੰਗ, ਹਉ ਵਾਰੀ ਜਿਉ ਵਾਰੀ, ਕਲਮਹਿ ਨਾਮ ਸੁਣਾਵਣਿਆ। ਮੈਂ ਵਾਰਨੇ ਜਾਨਾ, ਮੈਂ ਕੁਰਬਾਨ ਜਾਨਾ। ਕਿਹਨਾਂ ਤੋਂ? ਜੋ ਇਸ ਕਲਹ ਕਲੇਸ਼ ਤੇ ਭਰੇ ਹੋਏ ਸੰਸਾਰ ਦੇ ਵਿੱਚ ਨਾਮ ਵਰਗੀ ਨਵਾਜ਼ਿਸ਼ ਬਖਸ਼ਿਸ਼ ਸੁਣਦੇ ਤੇ ਸਾਨੂੰ ਸੁਣਾਉਣ ਵਾਸਤੇ ਮਦਦ ਕਰਦੇ ਨੇ। ਇਹਦੇ ਬਾਬਤ ਬਾਤ ਕਰਦਿਆਂ ਆਪਾਂ ਗੱਲ ਕੀਤੀ ਸੀ, ਜੋ ਸੱਚ ਦੀ ਆਵਾਜ਼ ਹੈ, ਜੋ ਹਕੀਕਤ ਦੀ ਆਵਾਜ਼ ਹੈ, ਜੋ ਧਰਮ ਦੀ ਆਵਾਜ਼ ਹੈ, ਜੋ ਰੱਬ ਦੀ ਆਵਾਜ਼ ਹੈ। We can use any sort of adjective, any sort of explanation, but in reality, the voice which can help us to become human, ਉਹ ਜਿਹੜੀ ਚੀਜ਼ ਜੋ ਸੁਣਨ ਵਿੱਚ ਮਦਦ ਕਰਦੇ ਸਾਡੀ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾ।
ਜੋ ਸਾਨੂੰ ਮਨੁੱਖ ਬਣਨ ਦੇ ਵਿੱਚ ਮਦਦ ਕਰ, ਜਿਸ ਤੋਂ ਸਾਡੀ ਮਾਨਵ ਪੱਖੀ ਜੀਵਨ ਦੀ ਸੋਚ ਤੇ ਅਪਰੋਚ ਉਸ ਨੂੰ ਸਹੀ ਲਹਿਜੇ ਦੇ ਨਾਲ ਅਪਣਾਉਣ ਵਿੱਚ ਮਦਦ ਕਰਦੇ। ਉਸ ਸੰਤ ਰੂਹਾਂ ਤੋਂ, ਉਹਨਾਂ ਮਨੁੱਖਾਂ ਤੋਂ, ਉਹਨਾਂ ਇਨਸਾਨਾਂ ਤੋਂ ਮੈਂ ਕੁਰਬਾਨ ਜਾਨਾ। ਗੁਰੂ ਅਰਜਨ ਸਾਹਿਬ। ਦੂਸਰੀ ਲਾਈਨ ਸੀ ਸੰਤ ਪਿਆਰੇ ਸੱਚੇ ਧਾਰੇ। ਇਹੋ ਸੰਤ ਪਿਆਰੇ ਨੇ ਜਿਨ੍ਹਾਂ ਨੇ ਸੱਚ ਦਾ ਰੂਪ ਧਾਰਨ ਕਰ ਲਿਆ, ਸੱਚ ਨੂੰ ਅਪਣਾ ਲਿਆ, ਆਪ ਹੋ ਗਏ ਇਹੋ ਜਿਹੇ ਤੇ ਹੋਰਨਾਂ ਵਾਸਤੇ ਪ੍ਰੇਰਨਾ ਬਣ ਗਏ। ਸੰਤ ਪਿਆਰੇ ਸੱਚੇ ਧਾਰੇ ਵੱਡ ਭਾਗੀ ਦਰਸ਼ਨ ਪਾਵਣਿਆ। ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਕਰਤਾਰ ਦੀ ਦਰਸ਼ਨ ਇਸ ਸੰਸਾਰ ਵਿੱਚ ਕਰਦੇ, ਤੇ ਉਹਨਾਂ ਦੇ ਦੀਦਾਰ ਪਾਉਣਾ ਵੀ ਵੱਡ ਭਾਗਤ ਹੈ ਜਿਨ੍ਹਾਂ ਨੇ ਉਹ ਦਰਸ਼ਨ ਪਾ ਲਏ ਨੇ। ਮੁਰਾਦ ਇੱਕ ਅਧਿਆਤਮੀ ਤਲ ਦੇ ਉੱਤੇ ਗੁਰੂ ਬਾਬਾ ਜੀ ਇਨਸਾਨੀ ਜੀਵਨ ਦੇ ਵਿੱਚ ਜੋ ਅਸਲ ਸਾਨੂੰ ਹੋਣਾ ਚਾਹੀਦਾ, ਬਣਨਾ ਚਾਹੀਦਾ, ਸਚਿਆਰ ਕਹਿ ਲਓ, ਉਹਦੀ ਪ੍ਰੇਰਨਾ ਬਾਣੀ ਦੇ ਵੱਖਰੇ ਵੱਖਰੇ ਤਰੀਕੇਕਾਰਤਾ ਸੰਦੇਸ਼ਾਂ ਨਾਲ ਦਿੰਦੇ, ਉਹਦੇ 'ਚ ਹੀ ਇਹ ਬਚਨ ਆ। ਹੁਣ ਆ ਜਾਈਏ ਆਪਾਂ ਬਿਲਕੁਲ ਸ਼ੁਰੂਆਤੀ ਪੜਾਅ ਦੇ ਵਿੱਚ। ਐਜ਼ ਦਿਸ ਸ਼ਬਦ ਐਕਚੁਅਲੀ ਸਟਾਰਟਸ ਬਾਬਾ ਜੀ ਸਿੰਘ ਅੰਤਰ ਅਲਖ ਨਾ ਜਾਈ ਲਖਣਾ। ਅਲਖ ਨਾ ਜਾਈ ਲਖਣਾ। ਅਲਖ ਹੁੰਦਾ ਜਿਹਨੂੰ ਤੁਸੀਂ ਸਿੱਧੇ ਤੌਰ ਤੇ ਲਖ ਨਹੀਂ ਸਕਦੇ, ਵਿਜ਼ਨ ਨਹੀਂ ਕਰ ਸਕਦੇ, ਵੇਖ ਨਹੀਂ ਸਕਦੇ। ਇਹਦੀ ਵਿਆਖਿਆ ਬੜੇ ਡਿਟੇਲਡ ਵੇ ਨਾਲ ਵੀ ਹੋ ਸਕਦੀ ਹੈ। ਇਸ ਤਰ੍ਹਾਂ ਜਾਣੋ, ਇੱਕ ਬੱਚਾ ਆ ਤੇ ਉਸ ਬੱਚੇ ਦੇ ਵਿੱਚ ਕੋਈ ਪਰਸਨੈਲਿਟੀ ਹੈ, ਸਾਨੂੰ ਤੇ ਨਹੀਂ ਦਿਸਦੀ। ਜਿਵੇਂ ਇਹਨੂੰ ਹੋਰ ਸਿੰਪਲ ਕਰਾਂ ਮੈਂ, ਬਰਾਕ ਓਬਾਮਾ ਪਹਿਲਾ ਪਰਸਨ ਵਿਦ ਕਲਰ, ਵਾਈਟ ਹਾਊਸ ਵਿੱਚ ਬਲੈਕ ਪ੍ਰੈਜ਼ੀਡੈਂਟ। ਕਈ ਵਾਰੀ ਬੜਾ ਹੋਰ ਤਰ੍ਹਾਂ ਲੱਗਦਾ, ਉਦੋਂ ਬੜਾ ਇਹਦੀ ਚਰਚਾ ਹੋਈ ਵੀ ਵਾਈਟ ਹਾਊਸ ਬਣਿਆ ਕਿਸੇ ਹੋਰ ਕੰਮ ਵਾਸਤੇ ਸੀਗਾ, ਇੱਕ ਰੇਸ ਨੂੰ, ਤੇ ਅੱਜ ਇੱਥੇ ਰੇਸ ਨਿਊਟਰਲ ਹੋ ਗਿਆ। ਹਾਲਾਂਕਿ ਉਸ ਤੋਂ ਇੱਕਦਮ ਬਾਅਦ ਪੂਰੀ ਅਮਰੀਕਨ ਸੋਸਾਇਟੀ ਨੇ ਇੱਕ ਡਿਫਰੈਂਟ ਵੇ ਦੇ ਨਾਲ ਬਾਉਂਸ ਬੈਕ ਕੀਤਾ, ਤੇ ਟਰੰਪ ਬਿਲਕੁਲ ਉਸ ਤੋਂ ਉਲਟਾ ਜਿਹੜਾ ਹੈਗਾ ਉਹ ਆ ਗਿਆ। ਤੇ ਇੱਥੋਂ ਪਤਾ ਲੱਗਦਾ ਕਿ ਸੋਸਾਇਟੀ ਦਾ ਬਾਇਸ ਨਹੀਂ ਬਦਲੇ ਹਾਲੇ, ਅਜੇ ਸੋਸਾਇਟੀ ਨੂੰ ਬਹੁਤ ਦੂਰ ਜਾਣ, ਬੜਾ ਲੰਮਾ ਕੰਮ ਕਰਨ ਦੀ ਲੋੜ ਹੈ। ਇਹਦੀ ਗੱਲਬਾਤ ਵੀ ਹੋਈ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਕਿ ਬਰਾਕ ਓਬਾਮਾ ਪ੍ਰੈਜ਼ੀਡੈਂਟ ਬਣ ਗਿਆ, ਤੇ ਉਸ ਵਕਤ ਇੱਕ ਬਹੁਤ ਵੱਡੇ ਨਾਮਾ ਨਿਗਾਰ CNN ਤੇ ਸੀਗੇ। ਉਹਨਾਂ ਨੇ ਉਸ ਰਾਤ ਜਿਹੜਾ ਸ਼ੋਅ ਕੀਤਾ, ਉਹਦੇ 'ਚ ਫਿਰ ਉਹਦੀ ਇੱਕ ਗ੍ਰੇਡ 3 ਦੀ ਟੀਚਰ ਨੂੰ ਇੰਟਰਵਿਊ ਕੀਤਾ ਉਹਨੇ, ਤੇ ਉਹਨੂੰ ਪੁੱਛਿਆ ਕਿ ਹਾਊ ਡਿਡ ਯੂ ਫੀਲ if you can call your memories back when this kid came in your class first time, what was your inner instinct? ਉਹਨੇ ਖੈਰ ਮੈਨੂੰ ਜਿੰਨਾ ਕਿ ਯਾਦ ਪੈਂਦਾ ਹੈਗਾ, ਉਹਨੇ ਬੜੀ ਓਨੈਸਟ ਵੇ ਨਾਲ ਲਿਖਿਆ, ਕਹਿੰਦੀ you know, please forgive me, we should not be biased at all, we should not be judgmental, but I was thinking one more kid is here who is coming from a black community background and gonna give me hard time. Can that be okay? So that was the opinion for this kid when he came in your class, and you actually keep this opinion as long as he was in your class. Okay, you know, it's changed in actually around 2 or 3 days. Okay, ਹੁਣ ਫਿਰ ਪੁੱਛਦਾ ਵੀ ਹਾਊ ਕਮ, ਕਹਿੰਦੀ then I realized he has spark, he is gonna be totally different as I was thinking about it earlier. No, ਹੁਣ ਆ ਜਿਹੜੀ ਚੀਜ਼ ਆ, ਉਹਦੇ ਅੰਦਰ ਇੱਕ ਪ੍ਰੈਜ਼ੀਡੈਂਟ ਲੁਕਾ, ਇੱਕ ਕੈਲੀਬਰ ਆ ਉਹਦਾ, ਜਿਹੜਾ ਕੈਲੀਬਰ ਦੁਨੀਆ ਨੂੰ ਵਿਨ ਕਰ ਸਕਦਾ। ਉਹਦੇ 'ਚ ਇੱਕ ਇਹ ਅਲੱਖ ਆ, ਅਜੇ ਦਿਸਦਾ ਨਹੀਂ। ਇਸ ਤਰ੍ਹਾਂ ਜਾਣੋ, ਇਹ ਗੱਲਾਂ ਤੇ ਕਈ ਵਾਰੀ ਫਿਲਾਸਫੀਕਲ ਜੀਆਂ ਲੱਗਦੀਆਂ ਨੇ, ਪਰ ਕੁਦਰਤ ਦੇ ਨਿਜ਼ਾਮ ਵਿੱਚ ਚੱਲਦੀਆਂ ਚੀਜ਼ਾਂ ਐਵੇਂ ਹੀ ਨੇ। ਅਸੀਂ ਬਾਣੀ 'ਚ ਆ ਜਾਈਏ, ਬਾਣੀ ਮਹਾਰਾਜ ਬਿਆਨ ਕਰਦੇ, ਮਹਾਰਾਜ ਕਹਿੰਦੇ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਸਗਲ ਬਨਸਪਤ ਮੈਂ ਬੈਸੰਤਰ। ਹੁਣ ਜਿਸ ਨੂੰ ਕਦੀ ਇਹਦਾ ਐਕਸਪੋਜ਼ਰ ਇਸ ਲੈਵਲ ਤੇ ਨਹੀਂ ਦਿੱਤਾ, ਇਸ ਤਰੀਕੇ ਦੀ ਡੈਮੋਸਟ੍ਰੇਸ਼ਨ ਨਹੀਂ ਸਮਝ ਹੈਗੀ, ਜਿਵੇਂ ਹਾਲਾਂਕਿ ਇੱਥੇ ਤੇ ਫਿਰ ਵੀ ਜਿਹੜੀ ਸਿਟੀ ਲਾਈਫ ਆ, ਸਕੂਲਿੰਗ ਆ, ਬਹੁਤ ਕੁਛ ਆ,
ਜਿਹਦੇ 'ਚ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮੌਜੂਦ ਹੈ। ਈਵਨ ਕਾਰਟੂਨ ਸ਼ੋਜ਼ ਜਿਹੜੇ ਨੇ ਸਾਰੇ ਜਾਨਵਰਾਂ ਬਾਰੇ ਦਿੱਤੇ ਜਾਂਦੇ ਨੇ। ਉਹਦਾ ਵੱਡਾ ਕਾਰਨ ਵੀ ਇਹੋ ਹੀ ਹੈ ਕਿ ਇਹਨਾਂ ਬੱਚਿਆਂ ਨੂੰ ਕੌਣ ਵਿਖਾਏਗਾ ਫਾਰਮ ਲਾਈਫ ਕੈਸੀ ਹੁੰਦੀ ਹੈ, ਕੌਣ ਦੱਸੇਗਾ ਐਨੀਮਲਸ ਦੇ ਨਾਮ ਕੀ ਹੁੰਦੇ ਨੇ, ਉਹਨਾਂ ਦਾ ਕਿਹੋ ਜਿਹਾ ਲੁੱਕ ਹੁੰਦੀ ਹੈ। ਸਾਰਾ ਐਕਚੁਅਲੀ ਇਹ ਬੜੀ ਬ੍ਰੇਨ ਸਟੋਰਮਿੰਗ ਨਾਲ ਚੀਜ਼ਾਂ ਹੁੰਦੀਆਂ ਤਾਂ ਕਿ ਇਹਨਾਂ ਨੂੰ ਦੁਨੀਆਦਾਰੀ ਬਾਰੇ ਸਮਝ ਆ ਸਕੇ, ਸੋਝੀ ਆ ਸਕੇ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਕਿ ਉਹਦੇ 'ਚ ਇਹ ਹੈ ਕਿ ਜਿਸ ਨੂੰ ਪਤਾ ਨਾ ਹੋਏ ਕਿ ਜਿਹੜੀ ਲੱਕੜ ਆ, ਇਹ ਲੱਕੜ ਅੱਗ ਨਾਲ ਭਰੀ ਪਈ ਹੈ, ਇਹ ਤਾਂ ਟੋਟਲੀ ਫਿਊਲ ਆ। ਬੰਦਾ ਕੋਈ ਕਹੇ ਪਿਆ ਦੇਖੋ ਕਿੰਨੀ ਅੱਗ ਪਈ ਹੈ, ਉਹ ਕਹੇ ਪਾਗਲ ਹੈ ਤੂੰ, ਲੱਕੜ ਹੈ, ਅੱਗ ਹੈ ਕੋਈ? ਉਹ ਭਾਈ ਗੱਲ ਇਹ ਹੈ, ਅੱਗ ਹੈ। ਜੇ ਅੱਗ ਹੋਏ ਤਾਂ ਲੱਗ ਨਾ ਜਾਏ, ਮੱਚੇ ਨਾ, ਹਾਂ ਮੱਚ ਜਾਏਗੀ ਪਰ ਹੁਣ ਨਹੀਂ। ਇੱਕ ਸੰਜਮ ਕਰਨਾ ਪਏਗਾ। ਅਲੱਖ ਨੂੰ ਵੇਖ ਰਿਹਾ ਕੋਈ, ਤੇ ਉਸ ਅਲੱਖ ਨੂੰ ਉਜਾਗਰ ਕਰਨ ਦਾ ਸੰਜਮ ਕੋਈ ਜਾਣਦਾ। ਐਕਚੁਅਲੀ ਆਹ ਚੀਜ਼ ਆ। ਸਗਲ ਦੂਧ ਮੈਂ ਕੀ ਆ। ਅਸੀਂ ਕਿੰਨੀ ਵਾਰੀ ਆ ਸਾਖੀਆਂ ਸੁਣੀਆਂ ਗੁਰੂ ਸਾਹਿਬ ਦੀਆਂ, ਜਦੋਂ ਮਹਾਰਾਜ ਪੀਰ ਦਸਤਗੀਰ ਨੂੰ ਮਿਲੇ ਜਾ ਕੇ ਸ਼ਹਿਰ ਬਗਦਾਦ ਦੇ ਵਿੱਚ, ਪੀਰੇ ਬਗਦਾਦ ਕਹਿੰਦੇ ਸੀ ਉਸ ਨੂੰ, ਤੇ ਉਹ ਬੜੇ ਖਲੂਸ ਨਾਲ, ਮੁਹੱਬਤ ਨਾਲ, ਬੜੇ ਅਦਬ ਨਾਲ ਗੁਰੂ ਨਾਨਕ ਸਾਹਿਬ ਨੂੰ ਪੇਸ਼ ਆਇਆ। ਬਾਬਾ ਨਾਨਕ ਜੀ ਨੂੰ ਉਸਨੇ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਾ ਵੀ ਸੁਨਮੋ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ, ਵੀ ਜਦੋਂ ਬਾਬਾ ਜੀ ਗਏ ਉੱਥੇ ਤੇ ਹਾਲਤ ਇਹ ਬਣੀ ਕਿ ਗੁਰੂ ਸਾਹਿਬ ਜਿਹੜੀ ਜਗ੍ਹਾ ਤੇ ਟਿਕੇ ਸੀ ਜਾ ਕੇ, ਉਹ ਸ਼ਮਸ਼ਾਨ ਸੀਗਾ, ਤੇ ਉੱਥੇ ਬੈਠੇ ਬਾਬਾ ਜੀ ਨੇ ਚੜ੍ਹਦੀ ਸਵੇਰ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਮਹਾਰਾਜ ਨੇ ਰੱਬ ਦੀ ਕੀਰਤੀ ਗਾਤੀ। ਜਦੋਂ ਕੀਰਤਨ ਹੋਇਆ ਤੇ ਸ਼ਹਿਰ ਦੇ ਸ਼ਰਈ ਕਾਨੂੰਨ ਸੀਗਾ, ਸੰਗੀਤ ਨਾ ਸੁਣਿਆ ਜਾ ਸਕਦਾ ਸੀ ਨਾ ਵਜਾਇਆ ਜਾ ਸਕਦਾ ਸੀ, ਤੇ ਗਾਣਾ ਤੇ ਬੜੀ ਦੂਰ ਦੀ ਗੱਲ ਰਹੀ। ਤੇ ਹੁਣ ਇਹਦਾ ਮਤਲਬ ਇਹ ਸੀ ਕਿ ਸ਼ਹਿਰ ਦੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇਣੀ ਸੀ, ਕਿਉਂਕਿ ਉਹਨਾਂ ਨੇ ਕਾਨੂੰਨ ਤੋੜਿਆ, ਤੇ ਹੁਣ ਉਹਨਾਂ ਨੂੰ ਸੰਗਸਾਰ ਪੱਥਰ ਮਾਰ ਕੇ ਪੱਥਰ ਹੀ ਬਣਾ ਦੇਣਾ, ਭਾਵ ਜਿੰਦ ਕੱਢ ਦੇਣੀ, ਇੰਨੇ ਪੱਥਰ ਮਾਰਨੇ। ਉਹ ਕਰਨ ਵਾਸਤੇ ਸ਼ਹਿਰ ਕਹਿੰਦੇ ਨੇ ਅੱਗੇ ਵਧਿਆ। ਜਦੋਂ ਇਹ ਚੀਜ਼ ਹੋਣ ਲੱਗੀ ਤੇ ਉਸ ਪੀਰ ਦੇ ਇੱਕ ਸ਼ਾਗਿਰਦ ਨੂੰ ਇਹ ਚੀਜ਼ ਸੁਣੀ, ਤਾਂ ਉਹਨੇ ਜਾ ਕੇ ਪੀਰੇ ਦਸਤਗੀਰ ਨੂੰ ਕਿਹਾ ਵੀ ਪੀਰੇ ਬਗਦਾਦ, ਜਿਹਨੂੰ ਤੂੰ ਉਡੀਕ ਰਿਹਾ ਸੀ ਉਹ ਆ ਗਿਆ ਸ਼ਹਿਰ ਵਿੱਚ। ਹਿੰਦ ਤੋਂ ਕੋਈ ਅਧਿਆਤਮਿਕ ਰੂਹਾਨੀ ਸ਼ਖਸੀਅਤ ਆਈ ਹੈ ਜੋ ਉਸ ਜਗ੍ਹਾ ਤੇ ਬੈਠੀ ਹੈ, ਤੇ ਉਸਨੇ ਇੱਕ ਆਵਾਜ਼ ਦਿੱਤੀ ਹੈ ਉਹ ਸੱਚੇ ਖੁਦਾ ਦੀ, ਪਰ ਸ਼ਹਿਰ ਦੇ ਲੋਕਾਂ ਨੂੰ ਪਤਾ ਨਹੀਂ। ਤੇ ਉਹ ਬਾਵਲ, ਉਹ ਭੀੜ ਉਸ ਪੀਰ ਨੂੰ ਮਾਰਨ ਵਾਸਤੇ ਜਾ ਰਹੀ, ਗੁਨਾਹ ਕਰਨ ਵਾਸਤੇ ਜਾ ਰਹੀ। ਫਿਰ ਉਹ ਜਿਹੜਾ ਹੈਗਾ ਪੀਰੇ ਦਸਤਗੀਰ, ਉਹ ਬਗਦਾਦ ਦੀਆਂ ਗਲੀਆਂ 'ਚੋਂ ਦੌੜਦਾ ਆ। ਜਦੋਂ ਸ਼ਹਿਰ ਦੇ ਲੋਕ ਉਹਨੂੰ ਇੰਨੇ ਇਸ ਤਰੀਕੇ ਨਾਲ ਭਜਦੇ ਆ, ਜਿਸ ਪੀਰ ਦੇ ਦੀਦਾਰ ਕਰਨ ਵਾਸਤੇ ਵੱਡੇ ਵੱਡੇ ਸ਼ਹਿਜ਼ਾਦੇ, ਬਾਦਸ਼ਾਹ ਲਾਈਨਾਂ 'ਚ, ਕਤਾਰਾਂ 'ਚ ਖੜ੍ਹਦੇ ਆ ਕੇ, ਉਹ ਪੀਰ ਦੌੜ ਰਿਹਾ। ਉਹਨਾਂ ਦੇ ਹੱਥਾਂ ਦੇ ਪੱਥਰ ਜਿਹੜੇ ਸੀ ਉਹ ਸੁੰਨ ਹੋ ਗਏ ਪਏ। ਉਹਨਾਂ ਨੂੰ ਭੁੱਲ ਹੀ ਗਿਆ ਵੀ ਐਕਚੁਅਲੀ ਅਸੀਂ ਕੁਝ ਹੋਰ ਕੰਮ ਵਾਸਤੇ ਚੱਲੇ ਸੀ। ਉਧਰ ਹੀ ਵੇਖਣ ਲੱਗ ਗਏ। ਫਿਰ ਜਾ ਕੇ ਬਾਬਾ ਜੀ ਨੂੰ ਆਪਣੇ ਜਿਹੜਾ ਹੈਗਾ ਜਗ੍ਹਾ ਤੇ ਲੈ ਕੇ ਆਇਆ, ਤੇ ਉੱਥੇ ਆ ਕੇ ਬਾਬਾ ਜੀ ਨਾਲ ਬੜੀ ਲੰਮੀ ਚੌੜੀ ਗੱਲਬਾਤ ਕੀਤੀ। ਤੇ ਉਹਦੇ 'ਚ ਉਹਦੇ ਕੁਝ ਸਵਾਲ ਸੀਗੇ। ਪਹਿਲਾ ਸਵਾਲ ਇਹ ਸੀਗਾ, ਇੱਕ ਲੜੀ 'ਚ ਵੈਸੇ ਸਵਾਲ ਨੇ ਪੂਰੇ, ਜੇ ਸਾਖੀ ਪੜ੍ਹਦੇ ਮੈਂ ਤੇ ਮੌਲਿਕ ਰੂਪ ਵਿੱਚ ਸਿਰਫ ਇੱਕੋ ਬਾਤ ਕਰਾਂ, ਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਉੱਚੇ ਆਸਣ ਤੇ ਬਿਠਾਉਂਦਾ, ਆਪ ਨੀਵਾਂ ਬੈਠਦਾ, ਉਹ ਤੇ ਫਿਰ ਪੁੱਛਦਾ ਕਿ ਬਾਬਾ ਨਾਨਕ ਜੀ, ਮੈਨੂੰ ਇਹ ਦੱਸੋ ਕਿ ਤੁਸੀਂ ਵੀ ਇੱਕ ਖੁਦਾ ਦੀ ਗੱਲ ਕਰਦੇ ਹੋ, ਇੱਕ ਓਂਕਾਰ ਦੀ। ਅਸੀਂ ਵੀ ਅੱਜ ਤੱਕ ਖੁਦਾ ਹੀ ਸੁਣਿਆ ਆ, ਖੁਦਾ ਅਵਲ ਆ, ਜਿਹਨੂੰ ਅਵਲ ਅੱਲਾ ਹੈ, ਨੂਰ ਉਪਾਇਆ, ਅਵਲ ਅੱਲਾ, ਅੱਲਾ ਹੀ ਉਹ ਆਪ ਹੀ ਹੈ। ਪਰ ਮੈਂ ਜਾਣਨਾ ਚਾਹੁੰਦਾ, ਉਹਦੇ ਤੋਂ ਪਹਿਲਾਂ ਵੀ ਤਾਂ ਕੁਝ ਹੋਏਗਾ। ਆਖਰਕਾਰ ਉਹੀ ਤੇ ਆਦ ਨਹੀਂ ਨਾ, ਕੁਝ ਆਦ ਤੇ ਕੁਝ ਹੋਰ ਵੀ ਹੋ ਸਕਦਾ। ਉੱਥੇ ਫਿਰ ਸਾਹੀ ਕਹਿੰਦੀ ਹੈ ਕਿ ਬਾਬਾ ਜੀ, ਕਿਉਂਕਿ ਕਈ ਵਾਰ ਦੋ ਤਰ੍ਹਾਂ ਦੇ ਪ੍ਰਮਾਣ ਹੁੰਦੇ ਨੇ, ਮਤਲਬ ਕਿਸੇ ਨੂੰ ਸਮਝਾਉਣ ਵਾਸਤੇ, ਕਿਸੇ ਨੂੰ ਕਨਵਿੰਸ ਕਰਨ ਵਾਸਤੇ। ਇੱਕ ਹੁੰਦਾ ਸ਼ਬਦ ਪ੍ਰਮਾਣ। ਸ਼ਬਦ ਪ੍ਰਮਾਣ ਹੁੰਦਾ ਹੈ ਕਿ ਇੱਕ ਨੇ ਗੱਲ ਕਹੀ ਤੇ ਦੂਜੇ ਨੇ ਉਸੇ ਲੈਵਲ ਤੇ ਉਸ ਨੂੰ ਪਰਸੀਵ ਕਰਕੇ ਤੇ ਬਲੀਵ ਕਰ ਲਿਆ। ਇਹੋ ਜੇ ਸਟੱਡੀ ਸਾਡੀ ਇਹ ਦੱਸਦੀ ਹੈ ਕਿ ਅਰਾਊਂਡ 16 to 80% ਪਾਪੂਲੇਸ਼ਨ ਐਸੀ ਹੁੰਦੀ ਹੈ ਜਿਹੜੀ ਬਿਲਕੁਲ ਐਵੇਂ ਮੰਨਦੀ ਹੈ। ਉਹ ਮਾਂ-ਬਾਪ ਨੇ ਕਹਿਤਾ, ਟੀਚਰਸ ਨੇ ਕਹਿਤਾ, ਕਿਸੇ ਨੇ ਕਹਿਤਾ, ਐਜ਼ ਇਟ ਇਜ਼ ਏ ਡਿਸਾਈਪਲ ਬਣ ਗਏ ਉਹਨਾਂ ਦੇ। ਬਸ ਇਹ ਉਹਨਾਂ ਨੇ ਕਿਹਾ, ਇਸ ਤਰ੍ਹਾਂ ਹੀ ਹੋਏਗਾ। ਉਹ ਬਹੁਤਾਇਤ ਦੁਖੀ ਨਹੀਂ ਹੁੰਦੇ। ਉਹ ਜੀਵਨ ਦੇ 'ਚ ਕੋਈ ਬਹੁਤ ਉਚਾਈ ਤੇ ਵੀ ਨਹੀਂ ਜਾਂਦੇ, ਪਰ ਉਹ ਜੀਵਨ ਬਹੁਤ ਵਧੀਆ ਢੰਗ ਨਾਲ ਜੀਂਦੇ ਨੇ। ਦੂਸਰਾ ਇੰਨਾ ਕੀ ਤਬਕਾ ਹੈਗਾ ਜਿਹੜਾ ਬਿਲਕੁਲ ਆਪੋਜ਼ਿਟ ਜਾਂਦਾ ਹੈ, ਰਿਬੈਲੀਅਸ ਹੁੰਦਾ ਹੈ।
ਉਹ ਕਹਿੰਦੇ ਵੀ ਜੇ ਇਹਨਾਂ ਨੇ ਕਿਹਾ ਨਾ ਵੀ ਇਸ ਚੀਜ਼ ਨੂੰ ਟੱਚ ਨਹੀਂ ਕਰਨਾ, ਵੀ ਇੱਕ ਵਾਰੀ ਟੱਚ ਕਰਕੇ ਦੇਖਣਾ ਜ਼ਰੂਰ ਹੈ, ਵੀ ਅਲਟੀਮੇਟਲੀ ਪਤਾ ਤੇ ਲੱਗੇ। ਉਹ ਲਿਮਿਟ ਕ੍ਰਾਸ ਕਰਦੇ, ਬਾਉਂਡਰੀਜ਼ ਕ੍ਰਾਸ ਕਰਦੇ। ਇਹ ਵੀ ਲਿਮਿਟ, ਇਹ ਵੀ ਇੰਨੀ ਕੁ ਪਾਪੂਲੇਸ਼ਨ ਹੈ ਇਸ ਰੂਪ ਦੇ ਵਿੱਚ। ਬਾਕੀ ਅਰਾਊਂਡ 60-65% ਫਿਗਰ ਐਸੀ ਬਣਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਸਿਰਫ ਸ਼ਬਦ ਪ੍ਰਮਾਣ ਐਨਫ ਨਹੀਂ ਹੁੰਦਾ। ਜਿਵੇਂ ਪਹਿਲੇ 16 ਤੋਂ 18 'ਚ ਮੈਂ ਕਿਹਾ, ਉਹਨਾਂ ਨੂੰ ਪ੍ਰਤੱਖ ਪ੍ਰਮਾਣ, ਡਾਇਰੈਕਟ ਐਗਜ਼ਾਮਪਲ ਵੀ ਚਾਹੀਦੀ ਹੈ। ਜਿਵੇਂ ਆਪਾਂ ਦੇਖਦੇ ਹਾਂ ਨਾ ਕਿ ਇੱਥੇ ਬੱਚੇ ਨੇ, ਉਹਨਾਂ ਨੂੰ ਮਾਪੇ ਕਹਿੰਦੇ ਨੇ ਵੀ ਉਹ ਵਾਇਲੈਂਸ ਵਿੱਚ ਇਨਵੋਲਵ ਨਹੀਂ ਹੋਣਾ, ਕੋਈ ਡਰੱਗਸ ਯੂਜ਼ ਨਹੀਂ ਕਰਨੇ, ਕੋਈ ਬੈਡ ਕੰਪਨੀ ਵਿੱਚ ਨਹੀਂ ਜਾਣਾ, ਤੇ ਉਹ ਗੱਲ ਨਹੀਂ ਸੁਣਦੇ ਇਕੱਲੀ ਨਾ, ਗੱਲ ਸੁਣਨ ਤੇ ਫਿਰ ਬਿਲਕੁਲ ਨਾ ਜਾਣ, ਪਹਿਲੇ ਫਿਰ 16-18 'ਚ ਆ ਜਾਣ। ਉਹ ਕੀ ਕਹਿੰਦੇ, ਅੱਛਾ ਕੋਈ ਨਾ, ਵਿਲ ਸੀ, ਸਾਡਾ ਵੀ ਤੇ ਇੰਦਰ ਇੰਸਟਿੰਕਟ ਕੰਮ ਕਰਦਾ ਹੀ ਹੈ। ਉਹ ਥੋੜਾ ਬਹੁਤਾ ਆਲੇ ਦੁਆਲੇ ਵੀ ਵੇਖਦੇ, ਤੇ ਕਈ ਵਾਰ ਐਸਾ ਹੁੰਦਾ ਛੋਟੀ ਮੋਟੀ ਮਿਸਟੇਕ, ਗਲਤੀ ਕਰਦੇ, ਉੱਥੋਂ ਲਰਨ ਕਰਕੇ ਫਿਰ ਵਾਪਸ ਆ ਜਾਂਦੇ। ਜੇ ਉਹਨਾਂ ਨੂੰ ਤੁਸੀਂ ਉਸ ਗਲਤੀ ਦਾ ਮੌਕਾ ਨਾ ਦਿਓ, ਜਾਂ ਗਲਤੀ ਹੋਏ ਤਾਂ ਉਹਦੇ ਕੌਨਸੀਕੁਐਂਸਿਸ ਪ੍ਰੋਪਰਲੀ ਫੇਸ ਨਾ ਕਰਨ ਦਿਓ, ਫਿਰ ਉਹ ਬਲੰਡਰ ਕਰਦੇ। ਫਿਰ ਉਹ ਐਕਚੁਅਲੀ ਉਹਨਾਂ ਨੂੰ ਪਤਾ ਨਾ ਲੱਗਦਾ ਵੀ ਹੁਣ ਕਰਨਾ ਕੀ ਹੈ, ਕਿਉਂਕਿ ਉਹਨਾਂ ਨੂੰ ਅਹਿਸਾਸ ਹੀ ਨਹੀਂ ਇਸ ਗੱਲ ਦਾ। ਉਹਨਾਂ ਨੂੰ ਪ੍ਰਤੱਖ ਪ੍ਰਮਾਣ ਨਹੀਂ ਮਿਲਿਆ, ਉਹਨਾਂ ਨੂੰ ਸਿਰਫ ਸ਼ਬਦ ਪ੍ਰਮਾਣ ਦਿੰਦੇ ਰਹੇ ਆਪਾਂ। ਪ੍ਰਤੱਖ ਪ੍ਰਮਾਣ ਮਿਲਣਾ ਬੜਾ ਜ਼ਰੂਰੀ ਹੈ, ਖਾਸ ਕਰਕੇ ਸੁਸਾਇਟੀ ਜਿੱਥੇ ਅਸੀਂ, ਜਿਹਨੂੰ ਅਸੀਂ ਫ੍ਰੀ ਸੁਸਾਇਟੀ ਕਹਿ ਰਹੇ ਹਾਂ। ਜੇ ਚੀਜ਼ ਨਾ ਕੀਤੀ ਤੇ ਉਹ ਇੱਕ ਦਿਨ ਐਸੇ ਵੱਡੇ ਬਲੰਡਰ 'ਚ ਇਨਵੋਲਵ ਹੋ ਜਾਣਗੇ, ਤੇ ਬੜੇ ਹੋਏ ਇਨਵੋਲਵ ਇੱਥੇ ਤੇ ਮਾਪਿਆਂ ਨੇ ਕਿਸੇ ਤਰੀਕੇ ਨਾਲ ਜੋੜ ਜੜਾ ਕਰਾ ਕੇ ਆਪਣੇ ਤਰੀਕੇ ਦੇ ਨਾਲ ਇੱਕ, ਜਿਵੇਂ ਮਤਲਬ ਆਪਣੇ ਵਾਸਤੇ ਇੱਕ ਟਰੋਫੀ ਬਣਾਈ ਦੀ ਹੈ, ਬਣਾ ਕੇ ਰੱਖ ਲਈ, ਈਵਨ ਪਾਰਲੀਮੈਂਟ ਤੱਕ ਪਹੁੰਚਾਤਾ। ਮੁੜ ਕੇ ਜਿਹੜਾ ਬਲੰਡਰ ਹੋਇਆ, ਉਹ ਮਾਈ ਗੁੱਡਨੈਸ, ਉਸ ਲੈਵਲ ਤੇ ਜਿਹੜੀ ਬਾਤ ਬਣ ਗਈ, ਅਸੀਂ ਸਾਰਿਆਂ ਨੇ ਦੇਖਿਆ ਮੰਜ਼ਰ ਹੈ। ਤੇ ਇਕੱਲਾ ਇੱਕ ਨਹੀਂਗਾ, ਜਸਟ ਆਈ ਐਮ ਨਾਟ ਗਿਵਿੰਗ ਆਈਸੋਲੇਟ ਐਗਜ਼ਾਮਪਲ ਹੇਅਰ, ਦੇयर ਸੋ ਮੈਨੀ ਅਦਰ ਐਗਜ਼ਾਮਪਲਸ। ਸੋ ਇਹ ਹੈ ਕਿ ਉਹ ਇੱਕ ਦਿਨ 'ਚ ਨਹੀਂ ਹੋਇਆ ਸ਼ੁਰੂ, ਉਹ ਪਿੱਛੇ ਬੈਕ ਆਫ ਦਾ ਮਾਈਂਡ ਚੱਲਦਾ ਰਿਹਾ ਕੰਸਿਸਟੈਂਟਲੀ। ਪਰ ਹੋਇਆ ਕਿ ਜਿੱਥੇ ਮੌਕਾ ਬਣ ਗਿਆ, ਉਹ ਮੌਕਾ ਬਣਿਆ ਉਸ ਲੈਵਲ ਤੇ ਪਤਾ ਸੀਗਾ ਨਹੀਂ ਐਡਾ ਵੱਡਾ ਬਲੰਡਰ ਕਰਦਾ। ਸੋ ਇਹ ਵੀ ਚੀਜ਼ਾਂ ਹੁੰਦੀਆਂ ਕਿ ਛੋਟੀਆਂ ਮਿਸਟੇਕਸ, ਗਲਤੀਆਂ, ਜਾਂ ਕੋਈ ਪ੍ਰਤੱਖ, ਕੋਈ ਉਹੋ ਜਿਹੇ ਸਮੇਂ 'ਚ ਪਾ ਕੇ ਉਸ ਤਰੀਕੇ ਦੀ ਫਿਰ ਬਾਤ ਸਮਝ ਆਏ। ਖੈਰ, ਬਾਬਾ ਜੀ ਕਹਿੰਦੇ ਪੀਰੇ ਦਸਤਗੀਰ, ਜੇ ਤੇ ਗੱਲ ਹੁੰਦੀ ਮਿਸਾਲ ਜਿਹੜੀ ਸਿੱਧੀ ਗੱਲ ਮੰਨਣ ਦੀ, ਫਿਰ ਤੂੰ ਮੰਨ ਹੀ ਗਿਆ ਸੀ ਖੁਦਾ ਇੱਕ ਆ ਤੇ ਬਹੁਤ ਆ। ਪਰ ਤੂੰ ਕਹਿੰਦਾ ਨਹੀਂ, ਖੁਦਾ ਤੋਂ ਪਹਿਲਾਂ ਵੀ ਕੁਝ ਹੁੰਦਾ। ਬੜਾ ਗਹਿਰਾ ਸਵਾਲ ਹੈ ਪੀਰ ਜੀ। ਨਾਲ ਅਗਲੇ ਪਾਸੇ ਬਾਤ ਕੀਤੀ, ਹੁਣ ਪ੍ਰਤੱਖ ਪ੍ਰਮਾਣ ਦੇਣ ਲੱਗੇ ਬਾਬਾ ਜੀ। ਬਾਬਾ ਜੀ ਕਹਿੰਦੇ ਪੀਰ ਜੀ, ਅਰਬ ਲੋਕਾਂ ਬਾਰੇ ਸੁਣਿਆ ਆ, ਜਦੋਂ ਕੋਈ ਮਿਲਦਾ ਹੈ ਕਿਸੇ ਨੂੰ, ਉਹ ਸਭ ਤੋਂ ਪਹਿਲਾਂ ਕੋਈ ਨਜ਼ਰਾਨਾ ਪੇਸ਼ ਕਰਦੇ ਨੇ, ਕਿਉਂਕਿ ਮਹਿਮਾਨ ਨਵਾਜ਼ੀ ਬੜੀ ਹੈ। ਤੇ ਹੱਦ ਹੋ ਗਈ, ਅਸੀਂ ਆਏ ਆ, ਤੁਸੀਂ ਆਸਣ ਤੇ ਬਿਠਾਇਆ, ਪਰ ਕੋਈ ਉਸ ਕਿਸਮ ਦਾ ਨਜ਼ਰਾਨਾ ਤੇ ਆਇਆ ਹੀ ਨਹੀਂਗਾ। ਪੀਰ ਇੱਕਦਮ ਅਹਿਸਾਸ 'ਚ ਆਇਆ, ਕਹਿਣ ਲੱਗਾ ਹੋ ਗੁਸਤਾਖੀ ਲਈ ਮਾਫੀ ਪੀਰੇ ਹਿੰਦ। ਉਸੇ ਵਕਤ ਇੱਕ ਥਾਲ ਪੂਰਾ ਦਾ ਪੂਰਾ ਸੁੱਚੇ ਮੋਤੀਆਂ ਦਾ ਮੰਗਾ ਕੇ ਗੁਰੂ ਨਾਨਕ ਸਾਹਿਬ ਦੀ ਅਕੀਦਤ ਵਿੱਚ ਅੱਗੇ ਰੱਖਿਆ ਤੇ ਸਲਾਮ ਕੀਤਾ, ਇਹ ਨਜ਼ਰਾਨਾ ਕਬੂਲ ਕਰੋ। ਬਾਬਾ ਜੀ ਨੇ ਦੇਖਿਆ ਧਿਆਨ ਨਾਲ, ਕਹਿਣ ਲੱਗੇ ਠੀਕ ਹੈ, ਰੱਖ ਦਿਓ। ਰੱਖਤਾ। ਕਹਿਣ ਲੱਗੇ ਪੀਰ ਜੀ, ਗਿਣੋ ਤੇ ਸਹੀ, ਤੁਸੀਂ ਕਿੰਨਾ ਮੁੱਲ ਪਾਇਆ ਸਾਡੇ ਇੱਥੇ ਆਉਣ ਦਾ, ਕੀ ਨਜ਼ਰਾਨਾ ਦਿੱਤਾ। ਹੋ ਸਕਦਾ ਪੀਰੇ ਦਸਤਗੀਰ ਸੋਚਦਾ ਹੋਏ, ਉਹ ਪੀਰੇ ਹਿੰਦ ਤੇ ਲਾਲਚੀ ਬੜਾ ਹੈ, ਤੇ ਹੱਦ ਹੋ ਗਈ, ਨਜ਼ਰਾਨਾ ਦਿੱਤਾ ਉਹ ਵੀ ਪਹਿਲਾਂ ਗਿਣਾ ਕੇ ਥੈਲੀ 'ਚ ਪਾਏਗਾ। ਖੈਰ, ਉਹ ਥਾਲੀ ਦੇ ਵਿੱਚੋਂ ਗਿਣ ਕੇ ਉਹ ਉਸ ਜਿਹੜੀ ਥੈਲੀ ਹੁੰਦੀ ਹੈ ਪੋਟਲੀ, ਉਹਦੇ 'ਚ ਇਸ ਤਰੀਕੇ ਨਾਲ ਪਾਉਣ ਲੱਗਾ। 1 2 3 4 ਅਰਬੀ ਜਿਵੇਂ ਗਿਣਤੀ ਕਰਦੇ ਨੇ, ਉਹ ਉਸ ਰੂਪ ਦੇ ਅੰਦਰ ਬਾਬਾ ਜੀ ਦੂਜੋਂ ਨੇ ਕੋਈ 5-6 ਮੋਤੀ ਪਾਏ ਹੋਣਗੇ ਵਿੱਚ ਥੈਲੀ ਦੇ। ਬਾਬਾ ਜੀ ਕਹਿੰਦੇ ਪੀਰ ਜੀ, ਗਿਣਤੀ ਨਹੀਂ ਠੀਕ ਕਰ ਰਹੇ। ਉਹ ਇੱਕਦਮ ਸੰਭਲਿਆ, ਇੱਕਦਮ ਪੋਟਲੀ ਜਿਹੜੀ ਹੈ ਦੁਬਾਰਾ ਉਦਲਤੀ। ਉਹ ਮਾਫੀ ਚਾਹਾਂਗਾ ਪੀਰੇ ਹਿੰਦ, ਗਲਤੀ ਹੋ ਗਈ। ਦੁਬਾਰਾ ਫਿਰ 1 2 3। ਓਹੋ ਪੀਰ ਜੀ, ਸਹੀ ਤਰੀਕੇ ਨਾਲ ਕਰੋ ਨਾ। ਫਿਰ ਰੋਕ ਦਿਆ। ਤੀਸਰੀ ਵਾਰ ਕੀਤਾ ਤੇ ਕਹਿਣ ਲੱਗਾ ਪੀਰੇ ਹਿੰਦ ਗੁਰੂ ਨਾਨਕ ਸਾਹਿਬ, ਕਹਿਣ ਲੱਗਾ ਗੱਲ ਇਹ ਹੈ, ਤੁਹਾਡੀ ਆਮਦ ਦੇ ਨਾਲ, ਜਿਹਨੂੰ ਕਹਿੰਦਾ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਵੀ ਸੁੱਧ ਬੋਧੀ ਵਿਸਰ ਗਈ ਲੱਗਦਾ ਮੈਨੂੰ। ਤਾਂ ਮੈਂ ਤੇ ਇਸ ਲੈਵਲ ਤੇ ਵੀ ਨਹੀਂ ਰਹਿ ਗਿਆ। ਗੱਲ ਇਹ ਹੈ, ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਗਲਤੀ ਕਰ ਕਿੱਥੇ ਰਿਹਾ। ਗੁਰੂ ਨਾਨਕ ਸਾਹਿਬ, ਤਰਸ ਕਰੋ, ਜਿੱਥੇ ਗਲਤੀ ਕਰਾਂ ਉੱਥੇ ਹੱਥ ਫੜ ਦੋ, ਇੰਨਾ ਤਰਸ ਕਰੋ, ਪਤਾ ਤੇ ਲੱਗੇ ਗਲਤੀ ਹੋ ਰਹੀ ਮੇਰੇ ਤੋਂ। ਬਾਬਾ ਜੀ ਕਹਿੰਦੇ ਠੀਕ ਹੈ। ਉਸਨੇ ਪਹਿਲਾ ਮੋਤੀ ਚੁੱਕਿਆ
ਤੇ ਉਸਨੇ ਉੱਥੋਂ ਹੀ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਪਾਣ ਲੱਗਾ, ਜਿਵੇਂ ਇੱਕ ਕਹਿ ਕੇ ਬਾਬਾ ਜੀ ਨੇ ਫੜ ਲਿਆ। ਬਾਬਾ ਜੀ ਕਹਿੰਦੇ ਗਲਤੀ ਹੋ ਗਈ। ਕਹਿਣ ਲੱਗਾ ਜੀ ਤੇ ਪਹਿਲਾਂ ਹੀ ਚੱਕਿਆ। ਬਾਬਾ ਜੀ ਕਹਿੰਦੇ ਕਿਉਂ, ਇਸ ਤੋਂ ਪਹਿਲਾਂ ਸ਼ੁਰੂ ਕਰ, ਇੱਥੋਂ ਤੇ ਸਾਰੇ ਸ਼ੁਰੂ ਕਰਦੇ ਨੇ। ਕਹਿਣ ਲੱਗਾ ਜੀ ਨਹੀਂ ਨਹੀਂ, ਇਸ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਦਾ, ਇੱਕ ਤੋਂ ਹੀ ਸ਼ੁਰੂ ਹੋਏਗਾ, ਇਹੀ ਹੈ। ਬਾਬਾ ਜੀ ਕਹਿੰਦੇ ਬਸ ਅਵਲ ਤੋਂ ਹੀ ਸ਼ੁਰੂ ਹੋਏਗਾ, ਇਹੀ ਹੈ। ਜਿਹਨੂੰ ਸਿੱਧਾ ਨੇ ਕਦੇ ਪੁੱਛਿਆ ਸੀ ਨਾ ਕਿ ਆਦ ਕੋ ਕਵਨ ਬਿਸਮਾਦ ਕਥੀਲੇ, ਕਿ ਇਹ ਦੱਸੋ ਤੁਸੀਂ ਆਦ ਦਾ ਕਥਨ ਕਿਵੇਂ ਹੋਏਗਾ, ਜੁਗਾਦ ਤੇ ਕਥਨ ਹੁੰਦਾ ਆ। ਬਾਬਾ ਜੀ ਆਦ ਕਹਿੰਦੇ ਵੀ ਆਦ ਹੀ ਵਿਸਮਾਦ ਹੈ ਅਸਲ ਦੇ ਵਿੱਚ, ਉੱਥੋਂ ਹੀ ਸਾਰੀ ਬਾਤ ਸ਼ੁਰੂ ਹੋਏਗੀ। ਖੈਰ ਉਸਾਖੀ ਬੜੀ ਲੰਮੀ ਚੌੜੀ ਬਟੂਕ ਮਾਤਰ ਬਿਆਨ ਕਰਾਂ। ਉਹ 'ਚ ਬਾਤ ਇਹ ਹੁੰਦੀ ਕਿ ਉਹ ਕਹਿੰਦਾ ਠੀਕ ਹੈ ਜੀ, ਗੱਲ ਪਤਾ ਲੱਗ ਗਈ, ਇੱਕ ਹੀ ਹੈ, ਉਹਦੇ ਤੋਂ ਹੀ ਸਭ ਸ਼ੁਰੂ ਹੁੰਦਾ। ਪਰ ਹੇ ਪੀਰੇ ਹਿੰਦ, ਇਸ ਤੋਂ ਅਗਲਾ ਸਵਾਲ ਇਹ ਹੈ, ਉਹ ਹੈ ਇੱਕ ਹੈ, ਕਾਇਮ ਦਾਇਮ ਹੈ, ਮੌਜੂਦ ਹੈ, ਪਰ ਗਜਬ ਇਹ ਹੈ ਦਿਸਦਾ ਨਹੀਂ, ਕੀ ਕਰੀਏ। ਇਹ ਬੜੀ ਵੱਡੀ ਮੁਸੀਬਤ ਹੈ। ਆਏ ਹੋ ਘੱਟ ਤੋਂ ਘੱਟ ਦੱਸ ਕੇ ਤੇ ਜਾਓ, ਉਹ ਹੈ ਵੀ ਹੈ ਕਿ ਨਹੀਂ ਹੈ। ਮਤ ਐਸਾ ਨਾ ਹੋਏ ਮੰਨੀ ਜਾਈਏ, ਹੋਏ ਨਾ, ਜੇ ਹੋਏ ਤੇ ਦਿਸੇ ਨਾ, ਇਹ ਬੜੀ ਮੁਸੀਬਤ ਆ। ਬਾਬਾ ਜੀ ਫਿਰ ਕਹਿੰਦੇ, ਉਹੀ ਮੈਂ ਪਹਿਲਾਂ ਬਾਤ ਜਿਹੜੀ ਕੀਤੀ, ਸ਼ਬਦ ਪ੍ਰਮਾਣ ਨਹੀਂ ਪ੍ਰਤੱਖ ਪ੍ਰਮਾਣ ਹੈ। ਬਾਬਾ ਜੀ ਕਹਿੰਦੇ ਪੀਰ ਜੀ ਠੀਕ ਹੈ, ਨਜ਼ਰਾਨਾ ਤੇ ਥੈਲੀ 'ਚ ਪੈ ਗਿਆ, ਪੇਟ 'ਚ ਤੇ ਕੁਝ ਵੀ ਨਹੀਂ ਪਿਆ, ਇੰਨੀ ਦੂਰੋਂ ਤੁਰ ਕੇ ਆਏ ਆ, ਤੁਸੀਂ ਵੀ ਤੋਰ ਕੇ ਲਿਆਏ ਉੱਥੋਂ, ਸਵੇਰ ਦਾ ਸਮਾਂ ਆ, ਆਖਿਰਕਾਰ ਕੁਝ ਛਕੜ ਚਕਾਉਣ ਵਾਸਤੇ ਵੀ ਤੇ ਆਉਣਾ ਚਾਹੀਦਾ। ਉਹ ਕਹਿੰਦਾ ਮਾਫੀ ਚਾਹਾਂਗਾ ਨਾਨਕ ਸਾਹਿਬ, ਪੀਰੇ ਹਿੰਦ, ਅਸਲ 'ਚ ਤੁਹਾਡੀ ਆਮਦ ਦੇ ਨਾਲ ਸਭ ਕੁਝ ਹੀ ਵਿਸਰ ਗਿਆ। ਆਪਣੇ ਸ਼ਾਗਿਰਦਾਂ ਨੂੰ ਆਵਾਜ਼ ਮਾਰੀ, ਲਿਆਓ ਫਟਾਫਟ ਕੁਝ ਚਕਾਉਣ ਵਾਸਤੇ। ਉਹ ਵੱਡਾ ਕਹਿੰਦੇ ਨੇ ਕਾਸਾ ਬਾਟਾ ਭਰ ਕੇ ਦੁੱਧ ਦਾ ਲੈ ਕੇ ਆਏ, ਦੂਸਰੇ ਭਾਈ ਮਰਦਾਨਾ ਜੀ ਵਾਸਤੇ, ਦੂਜੇ ਉਸ ਰੂਪ ਦੇ ਵਿੱਚ। ਹੁਣ ਮੇਨ ਮਹਿਮਾਨ ਤੇ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਸਾਹਿਬ ਸ਼ੁਰੂ ਕਰਨਗੇ, ਜਿਵੇਂ ਉਹ ਬਿਸਮਿਲ੍ਲਾ ਕਰਨੀ ਕਹਿੰਦੇ ਨੇ, ਤੇ ਫਿਰ ਤੇ ਅੱਗੇ ਸ਼ੁਰੂਆਤ ਹੋਏਗੀ। ਤੇ ਬਾਬਾ ਜੀ ਦੁੱਧ ਛਕਦੇ ਨਹੀਂ, ਦੁੱਧ ਸਾਹਮਣੇ ਪਿਆ ਆ, ਤੇ ਬੜੇ ਧਿਆਨ ਨਾਲ ਦੇਖੀ ਜਾਂਦੇ। ਤੇ ਫਿਰ ਪੀਰੇ ਬਗਦਾਦ ਇਹ ਕਹਿੰਦਾ ਕਿ ਪੀਰੇ ਹਿੰਦ, ਗੁਰੂ ਨਾਨਕ ਸਾਹਿਬ ਬਿਸਮਿਲ੍ਲਾ ਕਰੋ ਸ਼ੁਰੂਆਤ, ਛਕੋ ਇਸ ਨੂੰ। ਤੇ ਬਾਬਾ ਜੀ ਬੜੇ ਧਿਆਨ ਨਾਲ ਦੇਖਦਿਆਂ ਉਸ ਦੁੱਧ ਵੱਲ ਕਹਿੰਦੇ, ਪੀਰ ਜੀ ਮੈਨੂੰ ਲੱਗਦਾ ਇਹਦੇ 'ਚ ਕੁਝ ਹੈ। ਇੱਕਦਮ ਪੀਰ ਦਸਤਗੀਰ ਡਰਿਆ। ਉਹਨੇ ਕਿਹਾ ਹੋ ਸਕਦਾ ਮੇਰੇ ਸ਼ਾਗਿਰਦਾਂ ਨੇ ਕੁਝ ਪਾ ਹੀ ਨਾ ਦਿੱਤਾ ਹੋਏ ਵਿੱਚ, ਇਹ ਤੇ ਨਾਨਕ ਜਿਹੜਾ ਆ, ਇਹ ਤੇ ਨਜ਼ਰ ਸ਼ਨਾਖ ਹੈ, ਇਹਨੂੰ ਤਾਂ ਸਭ ਪਤਾ ਆ। ਹੋ ਇੱਕਦਮ ਉਸਨੇ ਬਾਟਾ ਚੱਕਿਆ, ਉਸ ਨੂੰ ਸੱਜੇ ਖੱਬੇ ਹਲਾ ਕੇ ਦੇਖਿਆ, ਕਹਿਣ ਲੱਗਾ ਨਹੀਂ ਪੀਰੇ ਹਿੰਦ, ਇਹਦੇ 'ਚ ਕੁਛ ਨਹੀਂ ਹੈਗਾ, ਮੈਂ ਦੇਖ ਲਿਆ। ਬਾਬਾ ਜੀ ਫਿਰ ਕਹਿੰਦੇ ਨਹੀਂ ਪੀਰ ਜੀ ਧਿਆਨ ਨਾਲ ਦੇਖੋ, ਕੁਛ ਤੇ ਹੈ। ਫਿਰ ਉਹ ਕਹਿੰਦਾ ਕੋਈ ਗੱਲ ਨਹੀਂ। ਉਹਨੇ ਇੱਕ ਬਰਤਨ ਹੋਰ ਮੰਗਾ ਕੇ ਉਸ ਦੁੱਧ ਨੂੰ ਉਸ ਬਰਤਨ 'ਚ ਉਦਲਿਆ, ਫਿਰ ਪੂਰੇ ਦਾ ਪੂਰਾ ਉਦਲ ਕੇ ਕਹਿਣ ਲੱਗਾ, ਲਓ ਪੀਰੇ ਹਿੰਦ ਸਾਰਾ ਤੋਖਲਾ ਲੈ ਗਿਆ, ਕੁਛ ਨਹੀਂ ਹੈ, ਦੇਖੋ ਬਿਲਕੁਲ। ਬਾਬਾ ਜੀ ਕਹਿੰਦੇ ਸੱਚ ਹੈ ਪੀਰੇ ਬਗਦਾਦ, ਕੁਛ ਵੀ ਨਹੀਂ। ਕਹਿਣ ਲੱਗੇ ਨਹੀਂ ਕੁਛ ਨਹੀਂ ਹੈ। ਬਾਬਾ ਜੀ ਕਹਿੰਦੇ ਨਹੀਂ, ਧਿਆਨ ਨਾਲ ਦੇਖ, ਇਹਦੇ 'ਚ ਘਿਓ ਨਹੀਂ ਹੈ। ਕਹਿਣ ਲੱਗਾ ਹਾਂ ਜੀ ਉਹ ਤੇ ਹੈ। ਜਿਹੜੇ ਬਾਤ ਕੀਤੀ ਨਾ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਕਹਿਣ ਲੱਗਾ ਜੀ ਉਹ ਤੇ ਹੈ, ਬਿਲਕੁਲ ਹੈ। ਬਾਬਾ ਜੀ ਕਹਿੰਦੇ ਪੀਰੇ ਬਗਦਾਦ ਤੁਹਾਨੂੰ ਦਿਸਿਆ ਕਿੱਥੇ ਹੈ? ਕਹਿਣ ਲੱਗਾ ਨਹੀਂ ਜੀ ਐਵੇਂ ਤੇ ਨਹੀਂ ਦਿਸਦਾ, ਹੈ ਤੇ ਹੈ, ਪਰ ਵੇਖਣ ਵਾਸਤੇ ਪੂਰਾ ਸੰਜਮ ਕਰਨਾ ਪਏਗਾ। ਬਾਬਾ ਜੀ ਕਹਿਣ ਲੱਗੇ ਪੀਰੇ ਬਗਦਾਦ ਤੇ ਤੇਰੀ ਗੱਲ ਦਾ ਜਵਾਬ ਹੈ, ਅਸਲ ਦੇ ਵਿੱਚ ਹੈ ਉਹ ਅਲੱਖਿਆ, ਪਰ ਸੰਜਮ ਵਿੱਚ ਆਏਗਾ, ਸੰਜਮ ਵਿੱਚ ਦਿਸੇਗਾ। ਜਿਵੇਂ ਬਸੰਤਰ ਬਨਸਪਤ ਵਿੱਚ ਸੰਜਮ ਵਿੱਚ ਪ੍ਰਗਟ ਹੁੰਦੀ ਹੈ, ਜਿਵੇਂ ਦੁੱਧ ਵਿੱਚੋਂ ਘਿਓ ਕਿਸੇ ਸੰਜਮ ਵਿੱਚ ਪ੍ਰਗਟ ਹੁੰਦਾ ਹੈ। ਜਿਵੇਂ ਮੈਂ ਕਿਹਾ, ਇੱਕ ਬੱਚੇ ਦੇ ਵਿੱਚ ਚੋਰ ਵੀ ਲੁਕਿਆ ਆ, ਸਾਧ ਵੀ ਲੁਕਿਆ ਆ, ਇੱਕ ਡਾਕਟਰ ਵੀ ਬੈਠਾ ਆ, ਇੱਕ ਇੰਜੀਨੀਅਰ ਵੀ ਬੈਠਾ ਆ, ਪਰ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਇੱਕ ਸੰਜਮ ਵਿੱਚ ਪਾਓਗੇ, ਉਜਾਗਰ ਹੋ ਜਾਏਗਾ, ਉਹਦੀ ਇਜ਼ਹਾਰੀਅਤ ਹੋ ਜਾਏਗੀ ਉਸ ਰੂਪ ਦੇ ਵਿੱਚ। ਇਸ ਨੂੰ ਹੋਰ ਰੰਗ 'ਚ ਵੀ ਦੇਖੋ। ਫਿਰ ਬਾਈ ਚਾਂਸ ਬਾਤ ਆਈ, ਬਾਬਾ ਕਬੀਰ ਜੀ ਦੇ ਅਸੀਂ ਕਈ ਵਾਰੀ ਬਚਨ ਪੜ੍ਹਦੇ ਹਾਂ, ਉਹ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉ ਮਾਨ ਹੀ ਹੋਏ ਗਈ ਭੱਠਛਾਰ। ਅਸਮਾਨ ਤੋਂ ਇੱਕ ਸਵਾਂਤੀ ਬੂੰਦ ਆ ਰਹੀ ਹੈ, ਡ੍ਰੌਪ ਆਫ ਰੇਨਿੰਗ ਵਾਟਰ, ਇਟਸ ਕਮਿੰਗ ਟੂਵਰਡ ਦਾ
land. That drop itself has plenty of tons of you can say possibilities. But it's all depend ਥੱਲੇ environment कैसा मिलेगा. ਜੇ ਉਸ ਸਵਾਂਤੀ ਬੂੰਦ ਨੂੰ ਸਿੱਪੀ ਦਾ ਮੂੰਹ ਖੁੱਲਾ ਹੋਇਆ ਮਿਲ ਜਾਏ, ਉਹਦੇ ਵਿੱਚ ਆ ਕੇ ਪੈ ਜਾਏ, ਉਹ ਸੁੱਚਾ ਮੋਤੀ ਬਣੇਗੀ, ਬੇਸ਼ਕੀਮਤੀ ਰਤਨ ਕਹਿ ਲਓ. ਜੇ ਉਸ ਸਵਾਂਤੀ ਬੂੰਦ ਨੂੰ ਕਿਤੇ ਥੱਲੇ ਚੰਦਨ ਦੀ ਲੱਕੜ ਸਿੱਲੀ ਉਹਦੇ ਉੱਤੇ ਆ ਕੇ ਡਿੱਗਣ ਦਾ ਮੌਕਾ ਬਣ ਜੇ, ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਫ੍ਰੈਗਰੈਂਸ ਹੈਗਾ, ਜਿਹੜਾ ਪਰਫਿਊਮ ਹੈਗਾ, ਉਹ ਬਣੇਗਾ. ਉਸ ਨੂੰ ਜਿਹੜੀ ਕੇਸਰ ਦੇ ਫੁੱਲ ਦੀ ਮਕਰੰਦ ਹੁੰਦੀ ਹੈ, ਜਿਹੜਾ ਫਲਾਵਰ ਆਫ ਸ਼ੈਫਰਨ ਹੁੰਦਾ ਆ, ਉਹਦੇ ਵਿਚਲੀ ਮਕਰੰਦ ਉਹਦੇ 'ਚ ਪੈ ਜਾਏ, ਦੁਨੀਆ ਦਾ ਬੇਸ਼ਕੀਮਤੀ ਸਵਾਦਿਸ਼ਟ ਤੇ ਮਹਿਕਾਂ ਛੱਡਣ ਵਾਲਾ, ਅਰੋਮਾ ਦੇਣ ਵਾਲਾ, ਖਾਣ ਵਾਲਾ ਪਦਾਰਥ ਬਣੇਗਾ. ਕਿਸੇ ਫਰਟਾਈਲ ਸੋਇਲ ਦੇ ਉੱਤੇ, ਬੜੀ ਉਪਜਾਊ ਸਰਜ਼ਮੀਨ ਦੇ ਉੱਤੇ ਆ ਕੇ ਪੈ ਜੇ, ਦੁਨੀਆ ਦੀ ਉਸ ਸਰਜ਼ਮੀਨ ਦਾ ਵੱਤਰ ਬਣੇਗਾ. ਉਹਦੇ 'ਚੋਂ ਫੁੱਲ, ਫਲ, ਬੂਟੇ, ਬਹੁਤ ਕੁਝ ਪੈਦਾ ਹੋਏਗਾ. ਅਨੇਕ ਸਿਆਣੇ ਪਚ ਗਏ, ਬੜੇ ਸਿਆਣਿਆਂ ਨੂੰ ਉਹ ਜਿਹੜਾ ਨਵਾਜ ਦੇਗਾ. ਪਰ ਇਹ ਵੀ ਪੋਸੀਬਿਲਿਟੀ ਹੈ, ਜੇ ਕਿਤੇ ਉਹੀ ਸਵਾਂਤੀ ਬੂੰਦ ਜਿਹੜੀ ਹੈ ਕੋਲੇ ਤੇ ਆ ਕੇ ਡਿੱਗ ਜਾਏ, ਸੜ ਕੇ ਸੁਆਹ ਹੋ ਜਾਏਗੀ. ਉਹੀ ਸਵਾਂਤੀ ਬੂੰਦ ਸੱਪ ਦੇ ਮੂੰਹ 'ਚ ਪੈ ਜਾਏ, ਜ਼ਹਿਰ ਬਣ ਜਾਏਗੀ. ਕਲਰਾਠੀ ਜ਼ਮੀਨ ਤੇ ਪੈ ਜਾਏ, ਛਪੜੀ ਬਣ ਜਾਏਗੀ. ਪੋਸੀਬਿਲਿਟੀ ਤਾਂ ਹੈ ਉਹਦੇ 'ਚ. ਅਸੀਂ ਧਰਤੀ ਤੇ ਕਰਤਾਰ ਦੇ ਨਾਲ ਹੀ ਆਏ ਹਾਂ, ਉਹ ਸਾਡੇ ਨਾਲ ਹੀ ਹੈ, ਅਲੱਗ ਹੈ. ਪਰ ਦੇਖੋ ਕਈ ਐਂਗਲ ਨੇ ਇਹਦੇ. ਇਨਸਾਨ ਕੁਛ ਵੀ ਹੋ ਸਕਦਾ ਹੈ. ਇੱਕ ਆਰਡੀਨਰੀ ਕੰਮਕਾਰ ਕਰਨ ਵਾਲਾ ਬੰਦਾ ਹੋ ਸਕਦਾ ਹੈ, ਇੱਕ ਥੋੜਾ ਉਸ ਤੋਂ ਹਾਇਰ ਕਲਾਸ ਦੇ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਕਿ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ. ਉਹ ਵੀ ਲੋਕ ਨੇ. ਇੱਕ ਅਫਸਰ ਸੁੱਤਾ ਆ ਤੇ 5 ਉਸ ਅਫਸਰ ਦੇ ਆਲੇ ਦੁਆਲੇ ਪਹਿਰੇਦਾਰ ਖੜੇ ਨੇ. ਇਨਸਾਨ ਹੀ ਆ, ਸੁੱਤਾ ਹੋਇਆ ਵੀ ਤੇ ਬਾਹਰ ਖੜੇ ਹੋਏ ਵੀ. ਇੱਥੇ ਮਤਲਬ ਦੇਖੋ ਨਾ ਤੁਸੀਂ, ਹੈ ਤੇ ਕੱਲ ਕਮਾਲੇ ਕਰਾਮਾਤ ਹੀ ਲੱਗਦੀ ਕਈ ਵਾਰੀ. ਇੱਕ ਪੋਲੀਟੀਸ਼ੀਅਨ ਹੈ, ਗੱਡੀ 'ਚ ਬੈਠਾ, 500 ਬੰਦਾ ਅੱਗੇ ਸਿਕਿਉਰਿਟੀ ਵਾਲਾ, ਪਿੱਛੇ ਆ ਭੱਜੇ ਫਿਰਦੇ ਉਸ ਤਰੀਕੇ ਨਾਲ. 500 ਵੀ ਤੇ ਬੰਦੇ ਨੇ, 2 ਵੀ ਬੰਦਾ ਹੀ ਇੱਕ. ਰੋਲ ਮਿਲਿਆ ਕੁਦਰਤ ਦੇ ਇਸ ਨਿਜ਼ਾਮਤ ਦੇ ਵਿੱਚ, ਉਸ ਰੂਪ ਦੇ ਅੰਦਰ. ਪਰ ਇਹ ਹੈ ਇੱਕ ਜਿਹੜਾ ਜੀਵਨ ਦਾ ਲਹਿਜਾ ਆ, ਉਹ ਜੀਵਨ ਦਾ ਲਹਿਜਾ ਨਾ ਤੇ ਪ੍ਰਾਈਮ ਮਿਨਿਸਟਰ ਹੋਣ ਨਾਲ ਪੂਰਾ ਹੋ ਜਾਂਦਾ, ਨਾ ਸਿਕਿਉਰਿਟੀ ਗਾਰਡ ਪੂਰਾ ਹੋਣ ਨਾਲ ਪੂਰਾ ਹੋ ਜਾਂਦਾ. ਹੋ ਸਕਦਾ ਕਿ ਸਿਕਿਉਰਿਟੀ ਗਾਰਡ ਬੜੀ ਹੈਪੀਲੀ ਤੇ ਬੜੀ ਉਮਦਾ ਮੀਨਿੰਗਫੁਲ ਜ਼ਿੰਦਗੀ ਜੀ ਕੇ ਚਲਾ ਜਾਏ. ਹੋ ਸਕਦਾ ਕਿ ਪ੍ਰਾਈਮ ਮਿਨਿਸਟਰ ਜਿਹੜੀ ਹੈ ਬਿਲਕੁਲ ਬੇਅਰਥੀ ਜੀਵਨ ਜਿਹੜਾ ਜੀ ਕੇ ਧਰਤੀ ਤੋਂ ਮਤਲਬ ਉਸ ਰੂਪ ਵਿੱਚ ਵਿਦਾ ਹੋਏ. ਇਹ ਪੋਸੀਬਿਲਿਟੀ ਹੈ. ਇਹ ਜਿਹੜੀ ਵਿਚਲੀ ਪੋਸੀਬਿਲਿਟੀ ਹੈ, ਜਿਹੜੀ ਬੰਦੇ ਨੂੰ ਦਿਸ ਨਹੀਂ ਰਹੀ ਕਿ ਵੇਅਰ ਟੂ ਗੋ, ਇਹਦੇ 'ਚ ਗੁਰੂ ਹੈਲਪ ਕਰਦਾ. ਇਸ ਨੂੰ ਨਾਮ ਦੀ ਧਾਰਾ ਕਿਹਾ ਗੁਰੂ ਸਾਹਿਬ ਨੇ. ਇਸ ਕਰਕੇ ਗੁਰੂ ਸਾਹਿਬ ਸਿੱਖਿਆ ਰਾਜਿਆਂ ਨੂੰ ਵੀ ਦਿੰਦੇ, ਸਿਕੰਦਰ ਲੋਧੀ ਨੂੰ ਵੀ ਦਿੰਦੇ, ਬਾਬਰ ਨੂੰ ਵੀ ਦਿੰਦੇ, ਮਹਾਰਾਜ ਅਮੀਰਾਂ ਨੂੰ ਵੀ ਦਿੰਦੇ, ਜਿਹੜੇ ਖਾਸ ਕਰਕੇ ਜਿਵੇਂ ਅਸੀਂ ਦੇਖਦੇ ਹੈਗੇ ਆ. ਮੈਂ ਜਿਵੇਂ ਬਾਤ ਕਰ ਸੀ ਭਾਈ ਮਨਸੁਖ ਦੀ, ਭਾਈ ਦੁਨੀ ਚੰਦ ਜੀ, ਤੇ ਇੱਥੇ ਹੀ ਮਲਕ ਭਾਗੋ ਨੂੰ ਵੀ ਦਿੰਦੇ. ਪਰ ਮਹਾਰਾਜ ਸਿੱਖਿਆ ਲਾਲੋ ਨੂੰ ਵੀ ਦਿੰਦੇ, ਭਾਈ ਮਰਦਾਨਾ ਜੀ ਨੂੰ ਵੀ ਦਿੰਦੇ. ਮਤਲਬ ਹਰ ਲੈਵਲ ਤੇ ਇਹ ਨਾਮ ਦੀ ਧਾਰਾ ਆ. ਤੇ ਉਹਨਾਂ ਨੂੰ ਸਾਰਿਆਂ ਨੂੰ ਦਰਸਾਇਆ ਜਾਂਦਾ ਜੀਵਨ ਨੂੰ ਮੀਨਿੰਗਫੁਲ ਕਿਵੇਂ ਬਣਾਉਣਾ, ਨਾਮ ਬਣਾਉਂਦਾ ਆ. ਅਧਿਆਤਮਕਤਾ ਜਿਹੜੀ ਹੈ ਜੀਵਨ ਦੇ ਅਸਲ ਰੂਪ ਦੇ ਵਿੱਚ ਕਹਿ ਲਓ ਕਿ ਧਰਤੀ ਤੇ ਆਉਣ ਨੂੰ ਸਫਲਾ ਕਰ ਦਿੰਦੀ ਹੈ. ਗੁਰੂ ਅਰਜਨ ਮਹਾਰਾਜ ਬਿਆਨ ਕਰਦੇ, ਅੰਤਰ ਅਲਖ ਨਾ ਜਾਈ ਲਖਿਆ, ਹੈ ਅਲਖ ਅੰਦਰ ਹੀ ਬੈਠਾ ਹੈ. ਰੱਬ ਦਾ ਤਸੱਵੁਰ, ਗਿਆਨ ਦਾ ਤਸੱਵੁਰ, ਉਹ ਸੋਝੀ ਦਾ ਤਸੱਵੁਰ ਜੋ ਨਾਮ ਦੇ ਰੂਪ ਵਿੱਚ ਆ, ਲਖਿਆ ਨਹੀਂ ਜਾਂਦਾ. ਨਾਮ ਰਤਨ ਲੈ ਗੁੱਜਾ ਰੱਖਿਆ. ਤੇ ਕਿਆ ਕਮਾਲ ਕੀਤੀ ਕੁਦਰਤ ਨੇ. ਜਿਵੇਂ ਬਸੰਤਰ ਜਿਹੜੀ ਹੈ ਉਹ ਬਨਸਪਤ ਵਿੱਚ ਲੁਕਾ ਕੇ ਰੱਖੀ ਹੈ ਵਿੱਚ. ਇਹ ਨਹੀਂ ਕੁਝ ਸਾਡੀ ਜਿਵੇਂ ਆਪਣੇ ਘਰਾਂ 'ਚ ਫਰਨਸ ਵਗੈਰਾ ਹੈਗੀ ਹੈ, ਤੇ ਨੋ ਡਾਊਟ ਅੱਜ ਕੱਲ੍ਹ ਥੋੜ੍ਹਾ ਉਹਨਾਂ ਦਾ ਸਿਸਟਮ ਬਦਲ ਗਿਆ ਆ. ਨਹੀਂ ਤੇ ਸਾਡੇ ਫਾਇਰ ਪਲੇਸਿਸ ਹੈਗੇ ਘਰਾਂ ਦੇ ਵਿੱਚ, ਤੇ ਆਪ ਦੇਖੋਗੇ ਕਿ ਫਾਇਰ ਪਲੇਸ ਦੇ ਵਿੱਚ ਪੋਸੀਬਿਲਿਟੀ ਹੈ ਕਿ ਉਹ ਫਲੇਮ ਉਹਦੇ 'ਚੋਂ ਪੈਦਾ ਹੁੰਦੀ, ਉਹ ਵਾਰਮ ਕਰ ਦਿੰਦਾ ਸਾਡੇ ਹਾਊਸ ਨੂੰ. ਪਰ ਉਹਦਾ ਇੱਕ ਛੋਟਾ ਜਿਹਾ ਜਿਹੜਾ ਖਾਸ ਕਰਕੇ ਸਪਾਰਕ ਕਰਨ ਵਾਸਤੇ ਉੱਥੇ ਲੱਗਾ ਆ, ਉਹਦਾ ਕਨੈਕਟਰ ਕਹਿ ਲਓ, ਉਸ ਰੂਪ ਵਿੱਚ ਉਹ ਹਰ ਵਕਤ ਬਲਦਾ ਰਹਿੰਦਾ. ਉਹ ਦਿਸਦਾ ਹਾਂ ਬਲ ਰਿਹਾ, ਇੱਥੇ ਅੱਗ ਬਲ ਸਕਦੀ ਹੈ. ਲੱਕੜ 'ਚ ਐਸਾ ਕੁਛ ਨਹੀਂ ਹੈਗਾ, ਬਿਲਕੁਲ ਜਿਹੜੀ ਹੈ ਉਹਦੇ 'ਚ ਐਸਾ ਨਹੀਂ ਹੈਗਾ. ਹਾਂ, ਉਸ ਨੂੰ ਕਿਤੇ ਲਿਜਾ ਕੇ ਸੰਜਮ ਕਰਾਂਗੇ ਫਿਰ ਪ੍ਰਗਟ ਹੋਏਗਾ, ਫਿਰ ਪਤਾ ਲੱਗ ਜਾਏਗਾ ਵੀ ਇਹ 'ਚ ਅੱਗ ਹੈਗੀ ਹੈ. ਸੋ ਐਗਜ਼ੈਕਟਲੀ ਇਨ ਬਿਨ ਜਿਹੜਾ ਆ ਉਹ ਸਾਡੇ ਅੰਦਰ ਕੋਈ ਵਾਰ ਕੋਈ ਸਾਈਨ ਵੀ ਨਹੀਂ ਲੱਗਦਾ ਕਿ ਬੰਦੇ 'ਚ ਹੈ ਪੋਸੀਬਿਲਿਟੀ, ਬੰਦਾ ਰੱਬ ਦਾ ਰੂਪ ਹੈ, ਬੰਦਾ ਬੜਾ ਇਮਾਨਦਾਰ ਹੈ, ਬੰਦਾ ਇਸ ਲਈ ਬੰਦਾ ਕੁਰਬਾਨੀ ਵੀ ਕਰ ਸਕਦਾ ਹੈ. ਹਾਂ,
ਤੇ ਸਾਡੇ ਘਰ ਤੇ ਪੂਰੀ ਦੀ ਪੂਰੀ ਕਮਿਊਨਿਟੀ ਜਮਾਤ ਖੜੀ ਕਰਤੀ ਐਵੇਂ ਦੀ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਕਹਿਣ ਲੱਗੇ ਉਹ ਨਾਮ ਰਤਨ ਲੈ ਗੁੱਜਾ ਰੱਖਿਆ, ਅਗਮ ਅਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਣਿਆ। ਅਗਮ ਅਗੋਚਰ ਸਭ ਤੇ ਉੱਚਾ, ਰੱਬ ਦਾ ਨਾਂ ਸਭ ਤੋਂ ਉੱਚਾ ਹੈ। ਅਗਮ ਅਗੋਚਰ ਆ, ਇੰਦਰੀਆਂ ਦੀ ਪਹੁੰਚ ਤੋਂ ਵੀ ਕਈ ਵਾਰੀ ਪੜੇ ਲੱਗਦਾ ਹੈ, ਪਰ ਗੁਰ ਕੈ ਸ਼ਬਦ ਲਿਖਾਵਣਿਆ, ਜਿਹਨੂੰ ਗੁਰੂ ਕੇ ਸ਼ਬਦ ਦੇ ਨੇਤਰ ਮਿਲ ਜਾਂਦੇ ਉਹ ਲੱਖ ਲੈਂਦਾ, ਆਪਣੇ ਅੰਦਰੋਂ ਵੀ ਤੇ ਬਾਹਰੋਂ ਵੀ। ਇਹ ਮਹਾਰਾਜ ਬਿਆਨ ਕਰਦੇ। ਇੱਕ ਬਚਨ ਹੋਰ ਕਹਿ ਕੇ ਫਿਰ ਵਾਈਂਡ ਅਪ ਕਰ ਦਿੰਦੇ ਹਾਂ ਸਾਹਿਤ ਵਿੱਚ। ਅਗਲਾ ਬਚਨ ਲਿਖਦੇ, ਸਾਧਕ ਸਿੱਧ ਜਿਸੈ ਕੋ ਫਿਰਦੇ। ਵੱਡੇ ਵੱਡੇ ਸਾਧਕ ਸਿੱਧ ਜੰਗਲਾਂ 'ਚ ਬੇਲਿਆਂ ਦੇ ਵਿੱਚ ਵੱਖਰਿਆਂ ਵੱਖਰਿਆਂ ਕਿਰਿਆ ਕਲਾਪ ਕਰਦੇ ਨੇ, ਇਸੇ ਨਾਮ ਰਤਨ ਨੂੰ, ਇਸੇ ਗੁੱਜੇ ਰਤਨ ਨੂੰ ਲੱਭ ਰਹੇ। ਇਸੇ ਰੂਪ ਦੇ ਵਿੱਚ ਉਹ ਬਾਵਲ ਹੋਏ, ਉਹ ਕਮਲੇ ਹੋਏ, ਇਸ ਰੂਪ ਦੇ ਵਿੱਚ ਉਹ ਭੱਜੇ ਫਿਰਦੇ। ਜੇ ਕਿਤੇ ਮਹਾਰਾਜ ਹੋਰ ਮੈਟਾਫੋਰ ਦਿੰਦੇ, ਅਸੀਂ ਬਚਨ ਪੜ੍ਹਦੇ ਹਾਂ, ਸਭ ਕਹਿੰਦੇ ਕਿ ਜਿਵੇਂ ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਮਿਰਗ ਇੱਕ ਮਿਰਗਾਂ ਦੀ ਖਾਸ ਕਿਸਮ ਹੈ, ਜਿਹੜੀ ਨੇਪਾਲ ਤੇ ਬਿਹਾਰ ਦਾ, ਅਸਾਮ ਦਾ ਥੋੜਾ ਇਲਾਕਾ, ਬਾਰਡਰ ਇਲਾਕਾ ਪੈਂਦਾ, ਇੱਥੇ ਹੁੰਦੇ ਸੀ ਮਿਰਗ। ਹੁਣ ਤੇ ਮੇਰੇ ਖਿਆਲ ਦੇ ਵਿੱਚ ਬਿਲਕੁਲ ਐਕਸਟਿੰਕਟ ਕਰ ਦਿੱਤੀ ਨਸਲ ਸ਼ਿਕਾਰੀਆਂ ਨੇ। ਉਹਦੀ ਨਾਭੀ ਦੇ ਵਿੱਚ ਜਿਹੜਾ ਉਹਦਾ ਬੈਲੀ ਦੇ ਥੱਲੇ ਬਟਨ ਹੋਏਗਾ, ਉਹਦੇ ਵਿੱਚ ਉਹਦੇ ਅੰਦਰ ਉਹ ਜਿਹੜਾ ਉਸ ਰੂਪ ਦੇ ਵਿੱਚ ਉਹ ਪੈਦਾ ਹੋ ਜਾਂਦੀ, ਇੱਕ ਤਰ੍ਹਾਂ ਦਾ ਪਦਾਰਥ ਕਹਿ ਲਓ, ਤੇ ਉਹਦੇ ਵਿੱਚ ਖੁਸ਼ਬੂ ਪੈਦਾ ਹੁੰਦੀ। ਤੇ ਉਹ ਖੁਸ਼ਬੂ ਇਤਨੀ ਕਮਾਲ ਦੀ ਹੁੰਦੀ। ਸਾਨੂੰ ਇੱਕ ਵਾਰੀ ਸਾਡੀ ਸਟੱਡੀ ਦੇ ਦੌਰਾਨ ਵੇਖਣ ਦਾ ਮੌਕਾ ਬਣਿਆ, ਜਿਹੜੀ ਅਸਲ ਕਸਤੂਰੀ ਹੈ, ਵੈਸੇ ਤੇ ਉਹਦੀਆਂ ਕਈ ਰੂਪ ਦੇ ਵਿੱਚ ਡੁਪਲੀਕੇਸ਼ਨ ਵੀ ਬਹੁਤ ਮਿਲ ਜਾਂਦੀ। ਉਹ ਕਸਤੂਰੀ ਇਸ ਤਰ੍ਹਾਂ ਕਿ ਮੈਂ ਆਪਣੇ ਇਸ ਹੱਥ 'ਚ ਫੜ ਲਵਾਂ ਇਸ ਤਰੀਕੇ ਦੇ ਨਾਲ, ਤੇ ਦੂਸਰੇ ਸ਼ਖਸ ਦਾ ਜਿਹੜਾ ਪਿਛਲਾ ਹਿੱਸਾ ਆ, ਦੂਸਰੇ ਸ਼ਖਸ ਦਾ ਹੱਥ ਦਾ ਪਿਛਲਾ ਹਿੱਸਾ, ਉਹਦੇ ਤੇ ਆਪਣਾ ਹੱਥ ਰਗੜਦੇ ਆ, ਉਹ ਹੱਥ ਤੀਸਰੇ ਹੱਥ ਤੇ ਜਾ ਕੇ ਐਵੇਂ ਰਗੜਦੇ, ਖੁਸ਼ਬੂ ਪਾਸ ਹੋ ਜਾਣੀ ਚਾਹੀਦੀ ਹੈ, ਉਹ ਕਸਤੂਰੀ ਹੈ। ਤੇ ਆਪ ਅੰਦਾਜ਼ਾ ਲਾਓ, ਹੱਥ ਦੇ ਪਿਛਲੇ ਹਿੱਸੇ 'ਚੋਂ ਜਿੱਥੋਂ ਖੁਸ਼ਬੂ ਪਾਸ ਹੋ ਰਹੀ ਹੈ, ਦੂਜੇ ਹੱਥ ਤੇ ਪਾਸ ਹੋ ਰਹੀ ਹੈ, ਤੀਸਰੇ ਹੱਥ ਤੇ ਜਾ ਕੇ ਪਾਸ ਹੋ ਰਹੀ ਹੈ, ਜਿਸ ਹਿਰਨ ਦੇ ਅੰਦਰ ਹੋਏਗੀ ਉਹਦੀ ਕੀ ਹਾਲਤ ਹੋਏਗੀ? ਉਹ ਤੇ ਬਾਵਲ ਹੋ ਜਾਏਗਾ, ਕਮਲਾ ਹੋ ਜਾਏਗਾ। ਜੇ ਸਾਹਿਬ ਨੇ ਮਿਸਾਲ ਦਿੱਤੀ, ਜੋ ਕਸਤੂਰੀ ਮਿਰਗ ਨਾ ਜਾਣੇ, ਮਿਰਗ ਦੀ ਨਾਭ ਦੇ ਵਿੱਚੋਂ ਖੁਸ਼ਬੂ ਦਾ ਪਦਾਰਥ ਪੈਦਾ ਹੁੰਦਾ, ਉਹਨੂੰ ਪਾਗਲ ਕਰ ਦਿੰਦਾ, ਬਾਵਲਾ ਕਰ ਦਿੰਦਾ। ਉਹ ਭਰਮ ਦਾ ਭਰਮ ਭੁਲਾਇਆ, ਜਿੱਧਰੋਂ ਹਵਾ ਆਉਂਦੀ ਉਧਰ ਨੂੰ ਭੱਜਦਾ, ਉਹਨੂੰ ਲੱਗਦਾ ਖੁਸ਼ਬੂ ਇੱਧਰੋਂ ਆ ਰਹੀ, ਖੁਸ਼ਬੂ ਉੱਧਰੋਂ ਨਹੀਂ ਆ ਰਹੀ, ਖੁਸ਼ਬੂ ਤੇ ਤੇਰੇ ਅੰਦਰੋਂ ਆ ਰਹੀ ਆ, ਤੂੰ ਪਾਗਲ ਹੋਇਆ ਆ। ਜਿਹੜਾ ਸਾਡਾ ਸੰਸਾਰ ਹੈ ਨਾ, ਸਾਨੂੰ ਲੱਗਦਾ ਅਹੁਦਿਆਂ 'ਚ ਖੁਸ਼ੀ ਹੈ, ਸਾਨੂੰ ਲੱਗਦਾ ਖਾਣ ਪਾਣ 'ਚ ਖੁਸ਼ੀ ਹੈ, ਨਸ਼ਿਆਂ 'ਚ ਖੁਸ਼ੀ ਹੈ, ਭੋਗਣ 'ਚ ਖੁਸ਼ੀ ਹੈ। ਨਾ, ਖੁਸ਼ੀ ਤੇ ਸਟੇਟ ਆਫ ਮਾਈਂਡ ਆ। ਜੇ ਔਰਨ ਕਰੇਗਾ ਤਾਂ ਖੁਸ਼ੀ ਮਾਣੇਗਾ, ਨਹੀਂ ਤੇ ਭਟਕੇਗਾ ਜਿਵੇਂ ਹਿਰਨ ਭਟਕਦਾ ਹੈ। ਬਾਬਾ ਜੀ ਬਿਆਨ ਕਰਦੇ ਉਸ ਹਾਇਰ ਲੈਵਲ ਦੀ ਖੁਸ਼ੀ ਨੂੰ, ਉਸ ਕਰਤਾਰੀ ਰੰਗ ਨੂੰ, ਉਸ ਜਿਹਨੂੰ ਸੁੰਨ ਕਿਹਾ ਗਿਆ, ਜਿਹਨੂੰ ਨਿਰਵਾਣਾ ਕਿਹਾ ਗਿਆ, ਜਿਸ ਨੂੰ ਇੱਕ ਆਨੰਦ ਅਵਸਥਾ ਕਿਹਾ ਗਿਆ, ਤੁਰਿਆ ਅਵਸਥਾ ਕਿਹਾ ਗਿਆ। ਬੜੀਆਂ ਐਗਜ਼ਾਮਪਲਸ ਦਿੱਤੀਆਂ ਬਾਬਾ ਜੀ ਬਿਆਨ ਕਰਦੇ। ਉਹਨੂੰ ਲੱਭਦੇ ਹੋਏ ਸਿੱਧ ਸਾਧਕ ਜਿਸੈ ਕੋ ਫਿਰਦੇ, ਉਹ ਭਟਕਦੇ ਫਿਰਦੇ ਵਿਚਾਰੇ ਸਿੱਧ ਸਾਧਕ ਲੋਕ ਜਿਹੜੇ ਨੇ, ਕਿਆ ਬ੍ਰਹਮੇ ਇੰਦਰ ਧਿਆਨ ਹਿਰਦੇ, ਉਹ ਵੀ ਲੋਕ ਜਿਹੜੇ ਦੇਵ ਪ੍ਰਸਤਗੀ ਚਲੇ ਜਾਂਦੇ। ਸਾਰਾ ਸ਼ਾਸਤਰਾਰਥ ਸਨਾਤਨੀ ਧਾਰਾ ਦਾ ਇਹਦੇ 'ਚ ਟਿਕਿਆ ਹੋਇਆ। ਫਿਰ ਅਗਲੇ ਬਚਨ 'ਚ ਕੋਟ 33 ਖੋਜਾਂ ਤਾਂ ਕੋ ਗੁਰਮਿਲ ਹਿਰਦੈ ਗਾਵਣਿਆ, ਜਿਹਨੂੰ ਕਰੋੜਾਂ 33 ਲੱਭਦੇ ਫਿਰਦੇ ਆ, ਕਰੋੜਾਂ 33 ਨੂੰ ਮੰਨਣ ਵਾਲੇ ਲੋਕ ਲੱਭਦੇ ਫਿਰਦੇ। ਕਿਹਾ ਗੁਰਮਿਲ ਹਿਰਦੈ ਗਾਵਣਿਆ, ਜਿਨ੍ਹਾਂ ਨੂੰ ਗੁਰ ਮਿਲ ਗਿਆ ਨਾ, ਉਹ ਅੰਦਰ ਦਾ ਨਾਮ ਦਾ ਵਿਵੇਕਤਾ ਸੁਣਨ ਦੀ ਜਾਚ ਆ ਗਈ, ਤੇ ਸਮਝੋ ਉਹਨਾਂ ਨੂੰ ਗਾਉਣਾ ਸ਼ੁਰੂ ਕਰਤਾ। ਤੇ ਸਾਰੀ ਬਾਣੀ ਉਹਦਾ ਗਾਇਨ ਹੈ, ਆਨੰਦ ਅਵਸਥਾ ਦਾ ਗਾਇਨ ਅਸਲ ਦੇ ਵਿੱਚ। ਤੇ ਲਿਟਰਲੀ ਤੌਰ ਤੇ ਗੁਰੂ ਅਮਰਦਾਸ ਸਾਹਿਬ ਤੇ ਉਹਨੂੰ ਆਨੰਦ 'ਚ ਹੀ ਗਾਉਂਦੇ। ਇੱਕ ਬਾਣੀ ਦਾ ਨਾਂ ਹੀ ਆਨੰਦ ਪਾਤਾ ਪੂਰਾ ਦਾ ਪੂਰਾ, ਵੀ ਭਾਈ ਉਹਨੂੰ ਗਾ ਰਿਹਾ। ਤੇ ਇਹੀ ਚੀਜ਼ ਜਿਹਨਾਂ ਨੇ ਸੁਣ ਲਈ, ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਕੁਰਬਾਨ ਜਾਨਾ ਉਹਨਾਂ ਤੋਂ, ਜਿਹੜੇ ਸਾਨੂੰ ਸੁਣਾ ਰਹੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਨਾ ਵਾ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਛਤਾਰਿਓ ਜੇ। ਸੋ ਸਮਾਂ ਸਮਾਪਤ ਹੈ, ਭਾਈ ਸਾਹਿਬ ਸਮੁੱਚੀ ਸਮਾਪਤੀ ਕਰਨਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।